ब्रेक तो बाद एक बार फिर थोड़ा स्वागत है। गल करते हैं गुजरात की, जिथे एक दर्दनाक हादसा होया है तो उस हादसे दी तस्वीरां सामने आईयां ने। गुजरात के कच्छ विच यह दर्दनाक हादसा होया है। इत्थे कार ने दो बाइक सवारां नूं टक्कर मार दी ते दोवें बाइक सवारां दी मौके ते ही मौत हो गई। सीसीटीवी दे विच ये पूरा हादसा कैद हो गया है। गुजरात के कच्छ दी ये तस्वीरां तुहानूं दिखा रहे हैं। एक कार ने दो बाइक सवारां नूं टक्कर मारी ते दोवां बाइक सवारां दी जो है वो मौके ते ही मौत हो गई है। ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਗੁਜਰਾਤ ਦੇ ਕੱਛ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਹਾਦਸਾ ਕਿੰਨਾ ਭਿਆਨਕ ਸੀ ਉਹ ਇਹ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਜ਼ਬਰਦਸਤ ਤਰੀਕੇ ਦੇ ਨਾਲ ਜੋ ਇੱਕ ਗੱਡੀ ਮੋਟਰਸਾਈਕਲ ਦੇ ਵਿੱਚ ਟੱਕਰ ਮਾਰਦੀ ਹੈ। ਹਾਲਾਂਕਿ ਕਾਰ ਸਵਾਰ ਤਾਂ ਬਾਲ-ਬਾਲ ਬਚ ਜਾਂਦਾ ਹੈ, ਪਰ ਮੋਟਰਸਾਈਕਲ ਸਵਾਰਾਂ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤੇ ਗੱਲ ਕਰਦੇ ਹਾਂ ਕਿਸਾਨਾਂ ਦੀ। ਕੁਝ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਉਮੀਦ ਜਾਗੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਸੱਦਾ ਦੇਣ ਦਾ ਭਰੋਸਾ ਦਿੱਤਾ ਹੈ। ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਬੰਦ ਪਈ ਗੱਲਬਾਤ ਦੀ ਗੱਡੀ ਨੂੰ ਹੁਣ ਧੱਕਾ ਦੇ ਕੇ ਅੱਗੇ ਵਧਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਬਕਾਇਦਾ ਇੱਕ ਚਿੱਠੀ ਲਿਖ ਕੇ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਕਰਵਾਇਆ ਜਾਏ। ਚਿੱਠੀ ਦੇ ਵਿੱਚ ਕਰੋਨਾ ਦਾ ਹਵਾਲਾ ਦਿੰਦੇ ਹੋਏ ਵਿਜ ਨੇ ਲਿਖਿਆ ਹੈ, ਮੇਰੀ ਚਿੰਤਾ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਹਜ਼ਾਰਾਂ ਅੰਦੋਲਨਕਾਰੀ ਕਿਸਾਨਾਂ ਨੂੰ ਲੈ ਕੇ ਹੈ, ਕਿਉਂਕਿ ਮੈਂ ਉਹਨਾਂ ਨੂੰ ਕਰੋਨਾ ਤੋਂ ਬਚਾਉਣਾ ਵੀ ਹੈ ਅਤੇ ਇਹ ਵੀ ਫਿਕਰ ਹੈ ਕਿ ਉਹਨਾਂ ਦੀ ਵਜ੍ਹਾ ਦੇ ਨਾਲ ਹਰਿਆਣਾ ਦੇ ਵਿੱਚ ਕਰੋਨਾ ਨਾ ਫੈਲ ਜਾਵੇ। ਮੈਂ ਜਾਣਦਾ ਹਾਂ ਕਿ ਕੇਂਦਰ ਦੇ ਵੱਲੋਂ ਕਿਸਾਨਾਂ ਦੀ ਸਮੱਸਿਆ ਦਾ ਹੱਲ ਕਰਨ ਦੇ ਲਈ ਬਹੁਤ ਕੋਸ਼ਿਸ਼ਾਂ ਹੋਈਆਂ ਨੇ ਤੇ ਕਿਸਾਨਾਂ ਦੇ ਨਾਲ ਕਈ ਦੌਰ ਦੀ ਗੱਲਬਾਤ ਹੋਈ ਹੈ, ਪਰ ਪਿਛਲੇ ਕੁਝ ਵਕਤ ਤੋਂ ਗੱਲਬਾਤ ਰੁਕਣ ਦੀ ਵਜ੍ਹਾ ਦੇ ਨਾਲ ਬੇਭਰੋਸਗੀ ਦਾ ਮਾਹੌਲ ਬਣਿਆ ਹੋਇਆ ਹੈ। ਮੈਂ ਮੰਨਦਾ ਹਾਂ ਕਿ ਸਮੱਸਿਆ ਦਾ ਹੱਲ ਗੱਲਬਾਤ ਦੇ ਨਾਲ ਹੀ ਹੋ ਸਕਦਾ ਹੈ, ਇਸ ਲਈ ਤੁਹਾਨੂੰ ਗੁਜ਼ਾਰਿਸ਼ ਹੈ ਕਿ ਗੱਲਬਾਤ ਦੁਬਾਰਾ ਸ਼ੁਰੂ ਕੀਤੀ ਜਾਏ ताकि मसले का हल निकल सके। कि मेरे बयान के बाद कृषि मंत्री तोमर ने दोबारा से बातचीत के लिए इनको न्योता देने की बात कही है। हम भी प्रयास करेंगे कि ये बातचीत हो और ये किसी समाधान की तरफ जाए। ਹਾਲਾਂਕਿ ਵਿਜ ਦੀ ਇਸ ਅਪੀਲ ਤੋਂ ਪਹਿਲਾਂ ਹੀ ਕੇਂਦਰੀ ਖੇਤੀਬਾੜੀ ਮੰਤਰੀ ਦੁਹਰਾ ਚੁੱਕੇ ਨੇ ਕਿ ਗੱਲਬਾਤ ਦੇ ਲਈ ਸਰਕਾਰ ਤਿਆਰ ਹੈ, ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ अपील की सी। मैं समझता हूँ कोविड प्रोटोकॉल का पालन पूरा देश भी कर रहा है, पूरी दुनिया भी कर रही है, इसलिए इस प्रोटोकॉल का पालन किसान यूनियन को, किसानों को भी करना चाहिए और उनकी ज़िंदगी हम सबके लिए ज़्यादा महत्वपूर्ण है। और इसलिए मैं आपके माध्यम से कहना चाहूँगा, कोविड के संकट को दृष्टिगत रखते हुए आंदोलन को स्थगित करें और सरकार चर्चा करने के लिए तैयार है। जब भी आएंगे हम चर्चा उनसे करें। सरकार होवे या किसान, दोवें पासियां तो दावा यही है कि वो गलबात दे लई तैयार ने, पर पेच इस गल ते फसिया होया है कि पहल कौन करे। बड़े साडे ते तंज कसे गए, पर यह अंदोलन अपनी रफ्तार नाल अगे वधदा गया। ਅਸੀਂ ਉਹਨਾਂ ਦੇ ਇਦਾਂ ਦੀਆਂ ਗੱਲਾਂ ਕਹਿਣ ਨਾਲ ਨਹੀਂ ਦਸਤੋਂ ਮਾਸ ਹੁੰਦੇ। ਅੰਦੋਲਨ ਸ਼ਾਂਤਮਈ ਸੀ, ਸ਼ਾਂਤਮਈ ਹੈ, ਸ਼ਾਂਤਮਈ ਰਹੇਗਾ, ਇਹਦੇ 'ਚ ਕੋਈ ਦੋ ਰਾਏ ਨਹੀਂ। ਇਹ ਸਾਡੀ ਮੁੱਢਲੀ ਤੌਰ ਤੇ ਬੁਨਿਆਦੀ ਪਾਲਿਸੀ ਹੈ ਤੇ ਸਰਕਾਰ ਨੇ ਜੋ ਕਹੇ ਪਰ ਉੱਠਾਂਗੇ ਉਦੋਂ ਜਦੋਂ ਇਹ ਕਾਨੂੰਨਾਂ ਨੂੰ ਵਾਪਸ ਲੈ ਲੈਣਗੇ, ਮੰਗਾਂ ਮੰਗਣਗੇ। ਖੇਤੀਬਾੜੀ ਕਾਨੂੰਨਾਂ ਤੇ 22 ਜਨਵਰੀ ਨੂੰ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ 11ਵੇਂ ਦੌਰ ਦੀ ਗੱਲਬਾਤ ਵੀ ਬੇਨਤੀਜਾ ਰਹੀ ਸੀ ਅਤੇ ਉਦੋਂ ਤੋਂ ਗੱਲਬਾਤ ਤੇ ਬ੍ਰੇਕ ਹੈ, यानी 2.5 महीने तो सिर्फ दावे ते अपीलां हो रही ने, गलबात बंद पई है, जिसका नतीजा यह है कि सुलह सफाई का रास्ता भी बंद पिया है। अंकित दुदानी दे नाल ब्यूरो रिपोर्ट, न्यूज़ 18। ਤੇ ਜੇਕਰ ਤੁਸੀਂ ਹਿਮਾਚਲ ਵਿੱਚ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਜਾਣਨੀ ਜ਼ਰੂਰੀ ਹੈ। ਹਿਮਾਚਲ ਸਰਕਾਰ ਨੇ ਕੋਰੋਨਾ ਨੂੰ ਲੈ ਕੇ ਨਵੀਆਂ ਗਾਈਡਲਾਈਨਸ ਜਾਰੀ ਕੀਤੀਆਂ ਨੇ ਤੇ ਹਿਮਾਚਲ 'ਚ ਐਂਟਰੀ ਲਈ ਹੁਣ ਨੈਗੇਟਿਵ ਕੋਰੋਨਾ ਰਿਪੋਰਟ ਲੈ ਕੇ ਜਾਣਾ ਲਾਜ਼ਮੀ ਕਰ ਦਿੱਤਾ ਹੈ। ਹਿਮਾਚਲ 'ਚ ਹੁਣ ਬਗੈਰ ਨੈਗੇਟਿਵ ਰਿਪੋਰਟ ਦੇ ਐਂਟਰੀ ਨਹੀਂ ਮਿਲੇਗੀ। ਕੋਰੋਨਾ ਦੇ ਵਾਧੇ ਕੇਸਾਂ ਵਿਚਾਲੇ ਹਿਮਾਚਲ ਦੇ ਬਾਰਡਰਾਂ ਤੇ ਸਖਤੀ ਵਧਾ ਦਿੱਤੀ ਗਈ ਹੈ।
ਬਾਹਰੋਂ ਆਉਣ ਵਾਲੇ ਲੋਕਾਂ ਲਈ ਸਰਕਾਰ ਨੇ ਕਰੋਨਾ ਦੀ ਨੈਗੇਟਿਵ ਰਿਪੋਰਟ ਲਾਜ਼ਮੀ ਕਰ ਦਿੱਤੀ ਹੈ ਤੇ ਟੈਸਟ ਵੀ RT-PCR ਹੋਣਾ ਲਾਜ਼ਮੀ ਹੈ। ਪੰਜਾਬ ਸਮੇਤ 7 ਸੂਬਿਆਂ ਤੋਂ ਆਉਣ ਵਾਲੇ ਲੋਕਾਂ ਤੇ ਇਹ ਨਿਯਮ ਲਾਗੂ ਹੋਣਗੇ। 16 ਅਪ੍ਰੈਲ ਤੋਂ ਇਹ ਸਰਕਾਰ ਦੀਆਂ ਗਾਈਡਲਾਈਨਸ ਲਾਗੂ ਹੋਣਗੀਆਂ। हिमाचल प्रदेश में जहां जिन राज्यों में ज़्यादा संक्रमण फैला है उन राज्यों से आने वाले सभी लोगों के लिए एक एडवाइजरी जारी करके कि वो अपने पिछले 72 घंटे की RT-PCR रिपोर्ट के साथ ही हिमाचल प्रदेश में प्रवेश करें। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਰੋਨਾ ਵੈਕਸੀਨ ਲਗਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ ਤੇ ਇਹ ਵੀ ਕਿਹਾ ਕਿ ਇਸ ਵਾਰ ਕਰੋਨਾ ਦੀ ਲਹਿਰ ਪਹਿਲਾਂ ਨਾਲੋਂ ਵੱਧ ਖਤਰਨਾਕ ਹੈ, ਇਸ ਲਈ ਸਖਤਾਈ ਜ਼ਰੂਰੀ ਹੈ। ਨਵਰਾਤਰਿਆਂ ਦੇ ਦਿਨਾਂ 'ਚ ਵੀ ਭੀੜ ਇਕੱਠੀ ਹੋਣ ਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। लेकिन परिस्थितियां हमारे सामने इस प्रकार की हैं, हमको नवरात्रों के दिनों में भी कुछ रिस्ट्रिक्शंस के साथ काम करने के लिए आप सबका सहयोग चाहिए और वो विशेष तौर से हमने तय किया है हिमाचल प्रदेश में कि मंदिर हमारे खुले रहेंगे दर्शन करने के लिए, पूजा करने के लिए, लेकिन जो लंगर भंडारे और इसके अतिरिक्त जो हमारे जागरण होते हैं उन पर ऐसी परिस्थितियों में रोक लगाना हमारी व्यवस्था है। ਹਿਮਾਚਲ 'ਚ ਕਰੋਨਾ ਕੇਸ ਵਧਣ ਕਰਕੇ ਸਰਕਾਰ ਗੰਭੀਰ ਹੋ ਗਈ ਹੈ। ਵੈਕਸੀਨੇਸ਼ਨ ਲਈ ਟੀਕਾ ਉਤਸਵ ਵੀ ਮਨਾਇਆ ਜਾ ਰਿਹਾ ਹੈ, ਪਰ ਕਰੋਨਾ ਨਾਲ ਲੜਨ ਲਈ ਸਰਕਾਰ ਨੇ ਲੋਕਾਂ ਤੋਂ ਸਹਿਯੋਗ ਮੰਗਿਆ ਤੇ ਬਾਹਰੀ ਸੂਬਿਆਂ ਤੇ ਲੋਕਾਂ ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਸ਼ਿਮਲਾ ਤੋਂ ਰਣਵੀਰ ਸਿੰਘ ਦੀ ਰਿਪੋਰਟ, ਨਿਊਜ਼ 18 ਪੰਜਾਬ।